ਸਾਈਟ ਦੀ ਦਿੱਖ। ਵੈਬ ਪੇਜ ਦੀ ਚੰਗੀ ਦਿੱਖ ਲਈ ਪੇਜ ਵਿੱਚ ਗ੍ਰਾਫਿਕਸ ਭਾਵ ਤਸਵੀਰਾਂ, ਐਨੀਮੇਸ਼ਨਸ, ਮਿਲਜੁਲ, ਆਵਾਜ਼ ਅਤੇ ਵੀਡੀਓ ਕਲਿੱਪਸ ਨੂੰ ਜੋੜਨਾ ਚਾਹੀਦਾ ਹੈ। ਸਹੀ ਟੈਕਸਟ, ਫੌਂਟ, ਆਕਾਰ, ਰੰਗ, ਬੈਕਗ੍ਰਾਉਂਡ ਕਲਰ, ਟੇਬਲ, ਗ੍ਰਾਫ ਆਦਿ ਦੀ ਵਰਤੋਂ ਸਾਈਟ ਨੂੰ ਚੰਗੀ ਦਿੱਖ ਪ੍ਰਦਾਨ ਕਰਦੀ ਹੈ। ਕੋਡ ਵੈਲੀਡੇਟ ਕਰਨਾ। ਤੁਹਾਡੇ ਵੈਬਸਾਈਟ ਦੇ ਕੋਡ ਜਿਵੇਂ ਕਿ HTML, CSS, XHTML, ਜਾਵਾਸਕ੍ਰਿਪਟ ਅਤੇ XML ਨੂੰ ਪਰਖਿਆ ਜਾਵੇ ਕਿ ਇਹ ਕੋਡ ਸਹੀ ਕੰਮ ਕਰ ਰਹੇ ਹਨ ਜਿਸ ਤਰ੍ਹਾਂ ਦੀ ਸਾਈਟ ਦੇ ਦਰਸ਼ਕਾਂ ਨੂੰ ਜ਼ਰੂਰਤ ਹੈ। ਇਹ ਨਾ ਹੋਵੇ ਕਿ ਜੋ ਯੂਜ਼ਰ ਤੁਹਾਡੀ ਸਾਈਟ ਉੱਤੇ ਤੁਹਾਡੇ ਵੈਬ ਪੇਜ ਨੂੰ ਓਪਨ ਕਰਕੇ ਆਪਣੀ ਜਾਣਕਾਰੀ ਨੂੰ ਓਪਨ ਕਰਨ ਲੱਗੇ ਤਾਂ ਉਸ ਨੂੰ ਹਮੇਸ਼ਾ ਐਰਰ ਮੈਸੇਜ ਹੀ ਸ਼ੋ ਹੋਵੇ। ਇਸ ਲਈ ਇਹ ਤੁਹਾਡੇ ਕ੍ਰੀਏਟ ਕਰਨ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੀ ਵੈਬਸਾਈਟ ਦੇ ਕੋਡ ਨੂੰ ਦਰਸ਼ਕਾਂ ਲਈ ਕਿਸ ਤਰੀਕੇ ਨਾਲ ਕ੍ਰੀਏਟ ਕਰਦੇ ਹੋ। ਕੋਡਸ ਨੂੰ ਆਨਲਾਈਨ ਉਪਲਬਧ ਕਰਵਾਇਆ ਜਾਂਦਾ ਹੈ ਜੋ ਹਰੇਕ ਪ੍ਰਕਾਰ ਦੇ ਕੋਡ ਨੂੰ ਵੈਲੀਡੇਟ ਕਰਦੇ ਹਨ। ਆਫਲਾਈਨ ਟੈਸਟਿੰਗ, ਜਿਵੇਂ ਨਾਮ ਹੀ ਦੱਸ ਰਿਹਾ ਹੈ, ਆਫਲਾਈਨ ਮਤਲਬ ਕਿ ਅਸੀਂ ਇੰਟਰਨੈਟ ਨੂੰ ਔਨ ਨਹੀਂ ਕਰਨਾ। ਅਸੀਂ ਇਹ ਟੈਸਟਿੰਗ ਇੰਟਰਨੈਟ ਤੋਂ ਬਿਨਾਂ ਸਿਰਫ ਆਪਣੇ ਕੰਪਿਊਟਰ ਸਿਸਟਮ ਉੱਤੇ ਹੀ ਕਰਨੀ ਹੈ। ਸਾਰੇ ਵੈਬ ਪੇਜ ਨੂੰ ਡਿਜ਼ਾਈਨ ਕਰਨ ਤੋਂ ਬਾਅਦ ਇਸ ਦੀ ਵੱਖ-ਵੱਖ ਬਰਾਊਜ਼ਰਾਂ 'ਤੇ ਜਾਂਚ ਕੀਤੀ ਜਾਂਦੀ ਹੈ। ਵਿਦਿਆਰਥੀਓ, ਵੈਬ ਬਰਾਊਜ਼ਰ ਉਹ ਸੌਫਟਵੇਅਰ ਹਨ ਜੋ ਤੁਹਾਡੀ ਸਾਈਟ ਨੂੰ ਓਪਨ ਕਰਦੇ ਹਨ, ਜਿਵੇਂ ਇੰਟਰਨੈਟ ਐਕਸਪਲੋਰਰ, ਮੋਜ਼ੀਲਾ ਫਾਇਰਫੌਕਸ, ਓਪੇਰਾ, ਗੂਗਲ ਕਰੋਮ। ਇਸ ਟੈਸਟਿੰਗ ਲਈ ਕੋਈ ਇੰਟਰਨੈਟ ਕਨੈਕਸ਼ਨ ਦੀ ਜ਼ਰੂਰਤ ਨਹੀਂ ਹੁੰਦੀ, ਇਸ ਲਈ ਇਸ ਨੂੰ ਆਫਲਾਈਨ ਟੈਸਟਿੰਗ ਕਿਹਾ ਜਾਂਦਾ ਹੈ। ਤੁਹਾਨੂੰ ਆਪਣੀ ਸਾਈਟ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੀ ਜ਼ਰੂਰਤ ਹੈ ਕਿ ਤੁਹਾਡੇ ਡਿਜ਼ਾਈਨ ਅਤੇ ਪੇਜ ਦਾ ਢਾਂਚਾ ਵਿਉਂਤ ਮੁਤਾਬਿਕ ਪ੍ਰਦਰਸ਼ਿਤ ਹੈ ਵੀ ਜਾਂ ਨਹੀਂ। ਭਾਵ ਕਿ ਤੁਸੀਂ ਜਿਸ ਵੀ ਟੈਕਸਟ ਜਾਂ ਪਿਕਚਰ ਉੱਤੇ ਜੇਕਰ ਕੋਈ ਲਿੰਕ ਸਥਾਪਿਤ ਕੀਤਾ ਹੋਇਆ ਹੈ ਤਾਂ ਉਹ ਲਿੰਕ ਪੂਰੀ ਤਰ੍ਹਾਂ ਓਪਨ ਹੋ ਵੀ ਰਿਹਾ ਹੈ ਜਾਂ ਨਹੀਂ। ਸਾਈਟ ਨੂੰ ਅਪਲੋਡ ਕਰਨਾ। ਸਾਰੇ ਦਰਸ਼ਕਾਂ ਲਈ ਸਾਈਟ ਨੂੰ ਉਪਲਬਧ ਕਰਵਾਉਣ ਦੀ ਕਿਰਿਆ ਨੂੰ ਅਪਲੋਡ ਕਿਹਾ ਜਾਂਦਾ ਹੈ। ਜਿਵੇਂ ਤੁਹਾਨੂੰ ਪਹਿਲਾਂ ਵੀ ਪਤਾ ਹੀ ਹੈ, ਅਪਲੋਡ ਦਾ ਭਾਵ ਹੈ ਕਿ ਆਪਣੇ ਕੀਤੇ ਕੰਮ ਨੂੰ ਇੰਟਰਨੈਟ ਸਰਵਰ ਦੇ ਉੱਤੇ ਸੇਵ ਕਰਨਾ। ਵੈਬ ਪੇਜਾਂ ਨੂੰ ਹੋਸਟ 'ਤੇ ਟ੍ਰਾਂਸਫਰ ਕਰਨ ਲਈ ਸਾਨੂੰ FTP ਫਾਈਲ ਟ੍ਰਾਂਸਫਰ ਪ੍ਰੋਟੋਕੋਲ ਕਲਾਇੰਟ ਦੀ ਜ਼ਰੂਰਤ ਪੈਂਦੀ ਹੈ ਜੋ ਤੁਹਾਡੀਆਂ ਫਾਈਲਜ਼ ਨੂੰ ਟ੍ਰਾਂਸਫਰ ਕਰਨ ਦੇ ਵਿੱਚ ਮਦਦ ਕਰਦਾ ਹੈ। ਫਿਰ ਆਨਲਾਈਨ ਆਉਣ ਤੋਂ ਬਾਅਦ ਆਪਣੀ ਫਾਈਲ ਅਪਲੋਡ ਕਰਦੇ ਹਾਂ। ਤੁਹਾਡੇ ਕੰਪਿਊਟਰ 'ਤੇ ਤੁਹਾਡੀ ਵੈਬਸਾਈਟ ਦੀ ਕਾਪੀ ਨੂੰ ਲੋਕਲ ਵਰਜ਼ਨ ਕਿਹਾ ਜਾਂਦਾ ਹੈ ਅਤੇ ਵੈਬ ਹੋਸਟ ਉੱਤੇ ਕਾਪੀ ਨੂੰ ਪ੍ਰੋਡਕਸ਼ਨ ਵਰਜ਼ਨ ਕਿਹਾ ਜਾਂਦਾ ਹੈ। ਭਾਵ ਜੋ ਵੈਬਸਾਈਟ ਦੀ ਕਾਪੀ ਤੁਹਾਡੇ ਆਪਣੇ ਪਰਸਨਲ ਕੰਪਿਊਟਰ ਉੱਤੇ ਸੇਵ ਹੈ ਉਹ ਲੋਕਲ ਵਰਜ਼ਨ ਹੋਵੇਗਾ ਅਤੇ ਜੋ ਤੁਸੀਂ ਆਪਣੀ ਵੈਬਸਾਈਟ ਦੀ ਕਾਪੀ ਇੰਟਰਨੈਟ ਦੇ ਉੱਤੇ ਅਪਲੋਡ ਕਰ ਰਹੇ ਹੋ ਉਸ ਨੂੰ ਅਸੀਂ ਪ੍ਰੋਡਕਸ਼ਨ ਵਰਜ਼ਨ ਕਹਿੰਦੇ ਹਾਂ। ਆਨਲਾਈਨ ਟੈਸਟਿੰਗ, ਇਸ ਦਾ ਵੀ ਨਾਮ ਹੀ ਦਰਸਾ ਰਿਹਾ ਹੈ ਕਿ ਇਹ ਵੀ ਇੱਕ ਆਨਲਾਈਨ ਟੈਸਟਿੰਗ ਹੈ, ਭਾਵ ਜਿਸ ਵਿੱਚ ਇੰਟਰਨੈਟ ਨੂੰ ਔਨ ਕਰਨਾ ਜ਼ਰੂਰੀ ਹੈ, ਜੋ ਟੈਸਟਿੰਗ ਇੰਟਰਨੈਟ ਦੇ ਜ਼ਰੀਏ ਕੀਤੀ ਜਾਂਦੀ ਹੈ। ਜਦੋਂ ਤੁਹਾਡੀ ਸਾਈਟ ਆਨਲਾਈਨ ਅਪਲੋਡ ਕੀਤੀ ਜਾਂਦੀ ਹੈ ਤਾਂ ਅਗਲਾ ਕੰਮ ਸਾਈਟ ਦੀ ਆਨਲਾਈਨ ਟੈਸਟਿੰਗ ਹੁੰਦੀ ਹੈ। ਆਨਲਾਈਨ ਟੈਸਟਿੰਗ ਲਈ ਇੰਟਰਨੈਟ ਕਨੈਕਸ਼ਨ ਬਣਾਓ, ਬਰਾਊਜ਼ਰ ਨੂੰ ਖੋਲ੍ਹੋ, ਕੋਈ ਵੀ ਬਰਾਊਜ਼ਰ, ਚਾਹੇ ਉਹ ਇੰਟਰਨੈਟ ਐਕਸਪਲੋਰਰ ਹੋਵੇ, ਮੋਜ਼ੀਲਾ ਫਾਇਰਫੌਕਸ ਹੋਵੇ, ਓਪੇਰਾ ਹੋਵੇ ਜਾਂ ਗੂਗਲ ਕਰੋਮ ਹੋਵੇ। ਆਪਣੀ ਸਾਈਟ ਦਾ URL ਟਾਈਪ ਕਰੋ, ਭਾਵ ਆਪਣੀ ਸਾਈਟ ਦਾ ਐਡਰੈਸ, ਜਿਵੇਂ ਕਿ www.yahoo.com ਜਾਂ google.com ਜਾਂ ssapunjab.org ਜਾਂ pseb.ac.in ਅਤੇ ਚੈੱਕ ਕਰੋ ਕਿ ਤੁਹਾਡੀ ਸਾਈਟ ਦੇ ਸਾਰੇ ਲਿੰਕ ਸਹੀ ਕੰਮ ਕਰ ਰਹੇ ਹਨ। ਭਾਵ
ਤੁਸੀਂ ਜਿਸ ਵੀ ਟੈਕਸਟ ਜਾਂ ਪਿਕਚਰ ਉੱਤੇ ਜੋ ਵੀ ਬੁੱਕਮਾਰਕ ਜਾਂ ਲਿੰਕ ਸਥਾਪਿਤ ਕੀਤਾ ਹੈ, ਉਹ ਟੈਕਸਟ ਜਾਂ ਪਿਕਚਰ ਉੱਤੇ ਕਲਿੱਕ ਕਰਨ ਤੇ ਉਹ ਲਿੰਕ ਓਪਨ ਹੋ ਵੀ ਰਿਹਾ ਹੈ ਜਾਂ ਨਹੀਂ। SEO ਸਰਚ ਇੰਜਨ ਆਪਟੀਮਾਈਜ਼ੇਸ਼ਨ। ਮੈਟਾ ਅਤੇ ਆਲਟ ਟੈਗਸ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਜਾਂਦੀ ਹੈ ਕਿ ਵੈਬਸਾਈਟ ਯੂਜ਼ਰ ਵੱਲੋਂ ਸਰਚ ਕੀਤੇ ਜਾਣ ਵਾਲੇ ਕੀਵਰਡ ਨੂੰ ਦਰਸਾਉਂਦੀ ਹੈ। ਆਲਟ ਟੈਗ ਕੇਵਲ ਤੁਹਾਡੀ ਵੈਬਸਾਈਟ ਤੇ ਤਸਵੀਰਾਂ ਦੇ ਨਾਲ ਜਾਣ ਲਈ ਇੱਕ ਲਿਖਤ ਵੇਰਵਾ ਹੈ ਅਤੇ ਇਸ ਲਈ ਉਹਨਾਂ ਨੂੰ ਸਰਚ ਇੰਜਨ ਅਤੇ ਯੂਜ਼ਰਸ ਨੂੰ ਦੱਸਣਾ ਜ਼ਰੂਰੀ ਹੈ ਕਿ ਤੁਹਾਡੀ ਵੈਬਸਾਈਟ ਤੇ ਕਿਹੋ ਜਿਹੀਆਂ ਤਸਵੀਰਾਂ ਹਨ। ਵਿਦਿਆਰਥੀਓ, ਆਲਟ ਟੈਗ ਦੀ ਵਰਤੋਂ ਮੇਨਲੀ ਉੱਥੇ ਕੀਤੀ ਜਾਂਦੀ ਹੈ ਜਿੱਥੇ ਅਸੀਂ ਇਹ ਦਰਸਾਉਣਾ ਹੋਵੇ ਕਿ ਜੇਕਰ ਤੁਹਾਡਾ ਪੇਜ ਓਪਨ ਨਹੀਂ ਹੋ ਰਿਹਾ ਤਾਂ ਉੱਥੇ ਕੋਈ ਐਰਰ ਮੈਸੇਜ ਨੂੰ ਡਿਸਪਲੇ ਕਰਵਾਉਣਾ ਹੈ। ਜਿਵੇਂ ਤੁਸੀਂ ਆਪਣੇ ਇੰਟਰਨੈਟ ਜਾਂ ਕਿਸੇ ਆਪਣੇ ਕੋਈ ਵੀ ਪੇਜ ਉੱਪਰ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਕਰਦੇ ਹਾਂ, ਜੇਕਰ ਉਹ ਲਿੰਕ ਦੇ ਅੱਗੇ ਕੋਈ ਪੇਜ ਓਪਨ ਨਾ ਹੋਵੇ ਤਾਂ ਤੁਹਾਨੂੰ ਉੱਥੇ ਇੱਕ ਐਰਰ ਮੈਸੇਜ ਆਏਗਾ। ਭਾਵ ਉੱਥੇ ਲਿਖਿਆ ਹੋਏਗਾ ਸਰਵਰ ਨਾਟ ਅਵੇਲੇਬਲ ਜਾਂ ਫਿਰ ਸਰਵਰ ਨਾਟ ਫਾਊਂਡ। ਇਹ ਮੈਸੇਜ ਆਲਟ ਟੈਗਸ ਦੇ ਨਾਲ ਹੀ ਲਗਾਏ ਜਾਂਦੇ ਹਨ। ਅੱਗੇ ਹੈ ਵੈਬਸਾਈਟ ਐਨਾਲਿਟਿਕਸ ਇੰਸਟਾਲ ਕਰਨਾ। ਆਪਣੀ ਵੈਬਸਾਈਟ ਦੀ ਸਫਲਤਾ ਅਤੇ ਮੌਜੂਦਾ ਸਥਿਤੀ ਦਾ ਪਤਾ ਲਗਾਉਣ ਲਈ ਵੈਬਸਾਈਟ ਵਿਸ਼ਲੇਸ਼ਣ ਸਥਾਪਿਤ ਕਰੋ। ਇਸ ਨਾਲ ਤੁਸੀਂ ਇਹ ਨਿਰੀਖਣ ਕਰਨ ਦੇ ਯੋਗ ਹੋਵੋਗੇ ਕਿ ਤੁਹਾਡੀ ਸਾਈਟ ਤੇ ਆਉਣ ਵਾਲੇ ਵਿਜ਼ਿਟਰਾਂ ਦੀ ਗਿਣਤੀ ਕਿੰਨੀ ਸੀ। ਇੱਕ ਵਿਜ਼ਿਟਰ ਤੁਹਾਡੀ ਸਾਈਟ ਤੇ ਕਿੰਨੇ ਸਮੇਂ ਤੱਕ ਰਿਹਾ, ਭਾਵ ਵਿਜ਼ਿਟਰਾਂ ਦੇ ਸਾਈਟ ਤੇ ਰਹਿਣ ਦੇ ਸਮੇਂ ਦੀ ਗਿਣਤੀ। ਹਰ ਇੱਕ ਵਿਜ਼ਿਟਰ ਲਈ ਪੇਜ ਦੇਖਣ ਦੀ ਔਸਤ ਗਿਣਤੀ ਕਿ ਤੁਹਾਡੇ ਕਿਸੇ ਪੇਜ ਨੂੰ ਇੱਕ ਵਿਜ਼ਿਟਰ ਨੇ ਜਾਂ ਇੱਕ ਪੇਜ ਨੂੰ ਕਿੰਨੇ ਵਿਜ਼ਿਟਰਸ ਨੇ ਦੇਖਿਆ ਹੋਵੇਗਾ ਅਤੇ ਹੋਰ ਉਪਯੋਗੀ ਅੰਕੜੇ। ਤੁਸੀਂ ਕਈ ਵਾਰੀ ਆਪਣੀ yahoo.com ਜਾਂ google.com ਦੀ ਸਾਈਟ ਦੇ ਉੱਤੇ ਦੇਖਿਆ ਹੋਵੇਗਾ ਵਿਦਿਆਰਥੀਓ ਕਿ ਉਸ ਦੇ ਲੈਫਟ ਸਾਈਡ ਦੇ ਉੱਤੇ ਹਮੇਸ਼ਾ ਯੂਜ਼ਰਸ ਦੀ ਗਿਣਤੀ ਜਾਂ ਵਿਜ਼ਿਟਰ ਦੀ ਗਿਣਤੀ ਮੈਂਸ਼ਨ ਹੁੰਦੀ ਹੈ ਕਿ ਅੱਜ ਇੱਕ ਸਾਈਟ ਨੂੰ ਕਿੰਨੇ ਯੂਜ਼ਰਸ ਨੇ ਦੇਖਿਆ। ਜਾਂ ਤੁਸੀਂ ਕੋਈ ਵੀ ਆਪਣਾ ਡਾਟਾ ਗੂਗਲ ਸਰਚ ਕਰਦੇ ਹੋ ਤਾਂ ਉੱਥੇ ਉਸ ਟੌਪਿਕ ਦੇ ਬਾਰੇ ਸਰਚ ਦੀ ਗਿਣਤੀ ਆ ਜਾਂਦੀ ਹੈ ਕਿ ਅੱਜ ਇਸ ਟੌਪਿਕ ਨੂੰ ਕਿੰਨੇ ਵਿਜ਼ਿਟਰਾਂ ਨੇ ਸਰਚ ਕੀਤਾ। ਇਸ ਨੂੰ ਅਸੀਂ ਕਹਿੰਦੇ ਹਾਂ ਵੈਬਸਾਈਟ ਐਨਾਲਿਟਿਕਸ ਇੰਸਟਾਲ ਕਰਨਾ। ਵੈਬਸਾਈਟ ਨੂੰ ਪਬਲਿਸ਼ ਕਰਨ ਦੇ ਕੁਝ ਅਹਿਮ ਪਹਿਲੂ। ਸਰਚ ਇੰਜਨ ਆਪਟੀਮਾਈਜ਼ੇਸ਼ਨ SEO ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਦਾ ਹੈ ਕਿ ਕਿਸੇ ਸਾਈਟ ਨੂੰ ਕਿਸੇ ਖੋਜ ਇੰਜਨ ਲਈ ਪਹੁੰਚਣ ਯੋਗ ਬਣਾਇਆ ਜਾਵੇ। SEO ਅਜਿਹੀਆਂ ਪ੍ਰੈਕਟਿਸਾਂ ਦਾ ਸਮੂਹ ਹੈ ਜੋ ਵੈਬਮਾਸਟਰਸ ਅਤੇ ਵੈਬ ਕੰਟੈਂਟ ਉਤਪਾਦਕ ਖੋਜ ਇੰਜਨ ਨਤੀਜਿਆਂ ਵਿੱਚ ਬਿਹਤਰ ਰੈਂਕ ਪ੍ਰਾਪਤ ਕਰਨ ਵਿੱਚ ਉਹਨਾਂ ਦੀ ਮਦਦ ਕਰਨ ਲਈ ਵਰਤੇ ਜਾਂਦੇ ਹਨ। ਸੋਸ਼ਲ ਮੀਡੀਆ ਮਾਰਕੀਟਿੰਗ ਇੰਟਰਨੈਟ ਮਾਰਕੀਟਿੰਗ ਦਾ ਇੱਕ ਰੂਪ ਹੈ ਜੋ ਸੋਸ਼ਲ ਨੈਟਵਰਕਿੰਗ ਵੈਬਸਾਈਟ ਨੂੰ ਇੱਕ ਮਾਰਕੀਟਿੰਗ ਦੇ ਰੂਪ ਵਿੱਚ ਉਪਯੋਗ ਕਰਦੀ ਹੈ। ਭਾਵ ਤੁਸੀਂ ਜੋ ਵੈਬਸਾਈਟ ਤਿਆਰ ਕੀਤੀ ਹੈ, ਅਸੀਂ ਉਹਨਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਣ ਲਈ ਉਸ ਦੀ ਮਾਰਕੀਟਿੰਗ ਕਰਨੀ। ਕਿਉਂਕਿ ਜਦੋਂ ਤੱਕ ਦਰਸ਼ਕਾਂ ਨੂੰ ਤੁਹਾਡੀ ਵੈਬਸਾਈਟ ਬਾਰੇ ਪਤਾ ਹੀ ਨਹੀਂ ਲੱਗੇਗਾ ਤਾਂ ਉਹ ਤੁਹਾਡੀ ਵੈਬਸਾਈਟ ਦੇ ਉੱਤੇ ਆ ਕੇ ਕੋਈ ਵੀ ਚੀਜ਼ ਸਰਚ ਕਰਨ ਦੇ ਸਮਰੱਥ ਨਹੀਂ ਹੋਣਗੇ। SMM ਦਾ ਮੁੱਖ ਟੀਚਾ ਉਹ ਸਮੱਗਰੀ ਤਿਆਰ ਕਰਨਾ ਹੈ ਜੋ ਯੂਜ਼ਰ ਆਪਣੇ ਸੋਸ਼ਲ ਨੈਟਵਰਕਸ ਨਾਲ ਸਾਂਝਾ ਕਰਨਗੇ ਤਾਂ ਕਿ ਗਾਹਕਾਂ ਦੀ ਪਹੁੰਚ ਨੂੰ ਵਧਾਉਣ ਵਿੱਚ ਮਦਦ ਕੀਤੀ ਜਾ ਸਕੇ। SMM ਦੇ ਮੁੱਖ ਭਾਗਾਂ ਵਿੱਚ SMO ਸੋਸ਼ਲ ਮੀਡੀਆ ਆਪਟੀਮਾਈਜ਼ੇਸ਼ਨ ਅਤੇ SEO ਸਰਚ ਇੰਜਨ ਆਪਟੀਮਾਈਜ਼ੇਸ਼ਨ ਹਨ। SMO ਇੱਕ ਵੈਬਸਾਈਟ ਵਿੱਚ ਨਵੇਂ ਅਤੇ ਵਿਲੱਖਣ ਵਿਜ਼ਿਟਰਸ ਨੂੰ ਖਿੱਚਣ ਲਈ ਇੱਕ ਰਾਜਨੀਤੀ ਹੈ। ਉਹ ਇਹ ਨਿਰਧਾਰਿਤ ਕਰਦਾ ਹੈ ਕਿ ਅਸੀਂ ਆਪਣੀ ਵੈਬਸਾਈਟ ਉੱਤੇ ਆਪਣੇ ਨਵੇਂ ਯੂਜ਼ਰਸ ਨੂੰ ਕਿਸ ਤਰ੍ਹਾਂ
ਖਿੱਚ ਦਾ ਕੇਂਦਰ ਪ੍ਰਦਾਨ ਕਰੀਏ। SMO ਨੂੰ ਦੋ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਕੰਟੈਂਟ ਨਾਲ ਸੋਸ਼ਲ ਮੀਡੀਆ ਲਿੰਕ ਬਟਨ ਸ਼ੇਅਰ ਕਰਕੇ, ਸਟੇਟਸ ਜਾਂ ਟਵੀਟਸ ਨੂੰ ਅਪਡੇਟ ਜਾਂ ਬਲੌਗ ਪੋਸਟ ਕਰਕੇ। ਵੈਬਸਾਈਟ ਨੂੰ ਪਬਲਿਸ਼ ਕਰਨ ਸਮੇਂ ਕੁਝ ਮਹੱਤਵਪੂਰਨ ਦਿਸ਼ਾ ਨਿਰਦੇਸ਼। ਪੇਜ ਕੰਟੈਂਟ, ਸਪੈਲਿੰਗ ਅਤੇ ਗ੍ਰਾਮਰ, ਪੈਰਾਗ੍ਰਾਫ, ਹੈਡਰ, ਸੂਚੀ ਅਤੇ ਹੋਰ ਫਾਰਮੈਟਿੰਗ ਬਿਲਕੁਲ ਸਹੀ ਹੋਣੇ ਚਾਹੀਦੇ ਹਨ। ਕੰਪਨੀ ਦੇ ਸੰਪਰਕ ਵੇਰਵੇ ਪੂਰੀ ਵੈਬਸਾਈਟ 'ਤੇ ਸਹੀ ਹੋਣੇ ਚਾਹੀਦੇ ਹਨ। ਤੁਸੀਂ ਜਿਸ ਕੰਪਨੀ ਲਈ ਇਹ ਵੈਬਸਾਈਟ ਕ੍ਰੀਏਟ ਕੀਤੀ ਹੈ। ਤਸਵੀਰਾਂ, ਆਡੀਓ ਅਤੇ ਵੀਡੀਓ ਸਹੀ ਜਗ੍ਹਾ 'ਤੇ ਕੰਮ ਕਰਦੇ ਹੋਣੇ ਚਾਹੀਦੇ ਹਨ। ਡਿਜ਼ਾਈਨਿੰਗ, ਜੇ ਤੁਹਾਡੇ ਕੋਲ ਇੱਕ ਵਧੀਆ ਵੈਬਸਾਈਟ ਹੈ ਤਾਂ ਸਾਈਟ ਨੂੰ ਸਾਰੇ ਡਿਵਾਈਸਿਸ ਵਿੱਚ ਡਿਜ਼ਾਈਨ ਦੀ ਜਾਂਚ ਦੀ ਲੋੜ ਹੈ। ਆਪਣੀ ਸਾਈਟ ਨੂੰ ਦਫ਼ਤਰ ਦੇ ਕੰਪਿਊਟਰਾਂ 'ਤੇ ਹੀ ਨਹੀਂ ਬਲਕਿ ਹੋਰ ਲੈਪਟਾਪ, ਟੈਬਲੇਟਸ ਅਤੇ ਮੋਬਾਈਲ ਫੋਨ 'ਤੇ ਵੀ ਵਧੀਆ ਦਿੱਖ ਦਾ ਕੇਂਦਰ ਬਣਾਓ। ਆਪਣੀ ਸਾਈਟ ਦੀ ਡਿਜ਼ਾਈਨਿੰਗ ਕੁਝ ਇਸ ਤਰੀਕੇ ਨਾਲ ਕਰੋ ਤਾਂ ਕਿ ਤੁਹਾਡੀ ਸਾਈਟ ਜਿਸ ਵੀ ਮੋਬਾਈਲ, ਲੈਪਟਾਪ ਜਾਂ ਟੈਬਲੇਟ ਜਾਂ ਕੰਪਿਊਟਰ 'ਤੇ ਓਪਨ ਹੋਵੇ ਤਾਂ ਉਹ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੀ ਬਣੇ। ਕਾਰਜਸ਼ੀਲਤਾ, ਵੈਬਸਾਈਟ 'ਤੇ ਸਾਰੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੀ ਜਾਂਚ ਕਰਨ ਲਈ ਅਤੇ ਪ੍ਰਮਾਣਿਤ ਕਰਨ ਲਈ ਕੁਝ ਸਮਾਂ ਲਓ ਅਤੇ ਇਹ ਚੈੱਕ ਕਰੋ ਕਿ ਫਾਰਮ ਜਨਰੇਸ਼ਨ, ਸੋਸ਼ਲ ਸ਼ੇਅਰਿੰਗ ਸਾਈਟ 'ਤੇ ਪੂਰੀ ਤਰ੍ਹਾਂ ਕੰਮ ਕਰਨੇ ਚਾਹੀਦੇ ਹਨ। ਭਾਵ ਤੁਸੀਂ ਇੱਕ ਵੈਬਸਾਈਟ ਨੂੰ ਤਿਆਰ ਕਰ ਲਿਆ ਹੈ, ਸਿਰਫ ਇਹੀ ਕੰਮ ਨਹੀਂ ਹੁੰਦਾ। ਉਸ ਵੈਬਸਾਈਟ ਨੂੰ ਤਿਆਰ ਕਰਨ ਤੋਂ ਬਾਅਦ, ਉਸ ਨੂੰ ਲਾਗੂ ਕਰਨ ਤੋਂ ਬਾਅਦ ਉਸ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਉੱਤੇ ਗੌਰ ਕਰਨਾ ਵੀ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਤੁਹਾਡੀ ਵੈਬਸਾਈਟ ਤੁਹਾਡੇ ਤਿਆਰ ਕੀਤੇ ਗਏ ਯੂਜ਼ਰ ਦੇ ਲਈ ਫਾਇਦੇਮੰਦ ਵੀ ਹੈ ਜਾਂ ਨਹੀਂ। ਤੁਹਾਡੀ ਸਾਈਟ ਨੂੰ ਯੂਜ਼ਰਸ ਇੰਟਰਸਟਿੰਗ ਤਰੀਕੇ ਨਾਲ ਯੂਜ਼ ਕਰ ਵੀ ਰਹੇ ਹਨ ਜਾਂ ਨਹੀਂ। SEO, ਸਰਚ ਇੰਜਨ ਆਪਟੀਮਾਈਜ਼ੇਸ਼ਨ, ਇਹ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਸਾਈਟ ਆਰਕੀਟੈਕਚਰ ਅਤੇ ਕੰਟੈਂਟ ਦੇ ਵਰਜ਼ਨਾਂ ਤੋਂ ਮੈਟਾ ਡਾਟਾ ਤੱਕ ਕੋਈ ਵੀ ਕਸਰ ਨਾ ਛੱਡੋ। ਜਿਵੇਂ ਕਿ ਵੈਬ ਪੇਜਾਂ ਦੇ ਵਿਲੱਖਣ ਪੇਜ ਟਾਈਟਲ ਹੁੰਦੇ ਹਨ। ਵੈਬ ਪੇਜ ਕੋਲ 10 ਤੋਂ ਘੱਟ ਕੀਵਰਡਸ ਹਨ। ਸਪੈਲਿੰਗ ਅਤੇ ਵਿਆਕਰਣ ਬਾਰੇ ਸਾਰੀ ਜਾਣਕਾਰੀ ਸਹੀ ਹੋਵੇ। ਔਰ ਟੈਗ ਨੂੰ ਹਰੇਕ ਤਸਵੀਰ ਨਾਲ ਜੋੜਿਆ ਜਾਵੇ ਤਾਂ ਜੋ ਅਗਰ ਤੁਹਾਡਾ ਲਿੰਕ ਓਪਨ ਨਹੀਂ ਵੀ ਹੋ ਰਿਹਾ ਤਾਂ ਯੂਜ਼ਰਸ ਨੂੰ ਕੋਈ ਦਿੱਕਤ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੁਰੱਖਿਆ ਅਤੇ ਬੈਕਅਪ, ਤੁਹਾਡੀ ਸਾਈਟ ਦਾ ਸਭ ਤੋਂ ਮਹੱਤਵਪੂਰਨ ਅੰਗ। ਸਾਈਟ ਦੀ ਸੁਰੱਖਿਆ ਅਤੇ ਨਿਯਮਿਤ ਬੈਕਅਪ ਸਥਾਪਿਤ ਕਰਕੇ ਮਾਲਵੇਅਰ ਅਤੇ ਹੋਰਨਾਂ ਨੁਕਸਾਨਾਂ ਤੋਂ ਬਚਾ ਸਕਦੇ ਹੋ। ਜਿਵੇਂ ਕਿ ਨਿਗਰਾਨੀ ਸਕ੍ਰਿਪਟ ਇੰਸਟਾਲ ਕੀਤੇ ਜਾਣੇ ਚਾਹੀਦੇ ਹਨ। ਬੈਕਅਪ ਮੰਤਵਾਂ ਲਈ ਫਾਈਨਲ ਵੈਬਸਾਈਟ ਦੀ ਇੱਕ ਕਾਪੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਤੁਹਾਡੀ ਸਾਈਟ 'ਤੇ ਜੇਕਰ ਕੋਈ ਸਰਵਰ ਹੈਕਰ ਅਟੈਕ ਵੀ ਕਰਦਾ ਹੈ ਤਾਂ ਤੁਸੀਂ ਆਪਣੀ ਵੈਬਸਾਈਟ ਨੂੰ ਦੁਬਾਰਾ ਅਪਲੋਡ ਕਰ ਸਕੋ। ਪਾਸਵਰਡ ਅਤੇ ਹੋਰ ਵੈਬਸਾਈਟ ਕੋਡ ਇੱਕ ਸੁਰੱਖਿਅਤ ਡਾਟਾਬੇਸ ਵਿੱਚ ਸਟੋਰ ਕੀਤੇ ਜਾਣੇ ਚਾਹੀਦੇ ਹਨ। ਅਗਲਾ ਪੜਾਅ ਹੈ ਅਨੁਕੂਲਤਾ। ਅੰਤ ਵਿੱਚ ਯਕੀਨੀ ਬਣਾਓ ਕਿ ਤੁਹਾਡੀ ਵੈਬਸਾਈਟ ਇੰਟਰਨੈਟ ਕਾਨੂੰਨਾਂ ਦੀ ਪਾਲਣਾ ਜ਼ਰੂਰ ਕਰੇ। ਹਰੇਕ ਇੰਡਸਟਰੀ ਦਾ ਆਪਣੇ ਨਿਯਮਾਂ ਦਾ ਕੁਝ ਸੈੱਟ ਹੁੰਦਾ ਹੈ, ਜਿਵੇਂ ਕਿ ਵੈਬ ਪੇਜ ਡਿਸੇਬਿਲਿਟੀ ਵਾਲੇ ਉਪਭੋਗਤਾਵਾਂ ਲਈ ਪਹੁੰਚਣ ਯੋਗਤਾਵਾਂ ਪ੍ਰਦਾਨ ਕਰਦੇ ਹਨ। ਨਿਯਮ ਅਤੇ ਪ੍ਰਾਈਵੇਸੀ ਪਾਲਿਸੀ ਵੈਬਸਾਈਟ ਦੇ ਵਿਜ਼ਿਟਰਸ ਨੂੰ ਦਿਖਾਈ ਦੇ ਰਹੀਆਂ ਹਨ। ਤੁਸੀਂ ਆਪਣੀ ਵੈਬਸਾਈਟ ਦੇ ਜੋ ਵੀ ਨਿਯਮ ਅਤੇ ਪ੍ਰਾਈਵੇਸੀ ਰੂਲ ਹੈ ਉਹਨਾਂ ਨੂੰ ਵੈਬਸਾਈਟ 'ਤੇ ਜ਼ਰੂਰ ਦਰਸਾਓ ਤਾਂ ਕਿ ਜੋ ਵੀ ਵਿਜ਼ਿਟਰ ਤੁਹਾਡੀ ਵੈਬਸਾਈਟ 'ਤੇ ਆ ਕੇ ਉਸ ਨੂੰ ਯੂਜ਼ ਕਰੇ ਤਾਂ ਤੁਹਾਨੂੰ ਤੁਹਾਡੀ ਵੈਬਸਾਈਟ ਦੇ
ਨਿਯਮਾਂ ਬਾਰੇ ਚੰਗੀ ਤਰ੍ਹਾਂ ਜਾਣੂ ਹੋਵੇ। ਵਿਦਿਆਰਥੀਓ, ਉਮੀਦ ਕਰਦੀ ਹਾਂ ਕਿ ਤੁਹਾਨੂੰ ਵੈਬ ਡਿਵੈਲਪਮੈਂਟ ਬਾਰੇ ਚੰਗੀ ਤਰ੍ਹਾਂ ਅਤੇ ਪੂਰੀ ਜਾਣਕਾਰੀ ਪ੍ਰਾਪਤ ਹੋ ਗਈ ਹੋਵੇਗੀ। ਧੰਨਵਾਦ।